ਰਾਏ ਨਾ ਚਤੁਰ ਪੁਜ ਪਾਈਏ। ਉਸ ਵਾਹਿਗੁਰੂ ਦੀ ਪ੍ਰਾਪਤੀ ਜਿਹੜੀ ਹੁੰਦੀ ਹੈ ਪਿਆਰੋ, ਛਲ ਤੋਂ ਰਹਿਤ ਹੋ ਕੇ ਹੁੰਦੀ ਹੈ, ਚਤੁਰਾਈ ਤੋਂ ਰਹਿਤ ਹੋ ਕੇ ਹੁੰਦੀ ਹੈ। ਗੁਰੂ ਦੇ ਚਰਨਾਂ ਦੇ ਨਾਲ ਐਸਾ ਲਿਪਟਦਾ ਵੀ ਪਿਆਰ ਦੇ ਨਾਲ, ਲਾਗੀ ਪ੍ਰੀਤ ਸੁਜਾਨ ਸਿਓ ਵਰਜੇ ਲੋਭ ਅਜਾਨ, ਤਾਂ ਸਿਓ ਟੂਟੀ ਕਿਉਂ ਬਣੈ ਜਾ ਕੇ। ਜੀ ਪ੍ਰਾਨ ਇਹੋ ਜੀ ਪ੍ਰੀਤ ਹੋਵੇ ਪਿਆਰਿਓ, ਜਦੋਂ ਇਹੋ ਜੀ ਪ੍ਰੀਤ ਹੋਵੇਗੀ। ਭਾਈ ਗੁਰਦਾਸ ਸਾਹਿਬ ਦੀ ਬਾਤ ਆਪਾਂ ਪੜ੍ਹਦੇ ਹਾਂ ਨਾ, ਲੈ ਲੈ ਮਜਨੂ ਆਸ਼ਕੀ ਚੌ ਚੱਕੀ ਜਾਤੀ, ਸੋਰਠ ਬੀਜਾ ਗਾਵੀ ਜਸ ਸੁਗੜਾ ਬਾਤੀ, ਮਹੀਵਾਲ ਨੂੰ ਸੋਹਣੀ ਨਹਿ ਤਰਦੀ ਰਾਤੀ, ਰਾਂਝਾ ਹੀਰ ਵਖਾਣੀਏ ਉਹ ਪਿਰਮ ਪਰਾਤੀ, ਪੀਰ ਮਰੀਦਾ ਪਿਰਹੜੀ ਗਾਵਨ ਪ੍ਰਭਾਤੀ। ਕਹਿੰਦੇ ਜਿਨ੍ਹਾਂ ਦੇ ਅੰਦਰ ਪਿਆਰੋ ਪੀੜਾ ਹੋਇਆ ਕਰਦੀ ਹੈ, ਉਹ ਅੰਮ੍ਰਿਤ ਵੇਲੇ ਉੱਠ ਪੈਂਦੇ ਨੇ। ਝਾਲਾਂਗੇ ਉਠ ਨਾਮ ਜਪ ਨਿਸਬਾਸੁਰ ਆਰਾਧ, ਕਾਰਹਤ ਜੇ ਨਾ ਵਿਆਪਈ ਨਾਨਕ ਮਿਟੇ ਉਪਾਦ। ਉਸ ਮਾਲਕ ਦੇ ਚਰਨਾਂ ਦੇ ਨਾਲ ਜਦੋਂ ਤੂੰ ਜੁੜ ਜਾਵੇਂਗਾ, ਤੇਰੀਆਂ ਆਦੀਆਂ ਵਿਆਦੀਆਂ ਉਪਾਦੀਆਂ ਸਾਰੀਆਂ ਖਤਮ ਹੋ ਜਾਣ। ਕਿਉਂਕਿ ਸਤਿਗੁਰੂ ਤੀਨੇ ਤਾਪ ਨਿਵਾਰਣ ਹਾਰਾ, ਦੁਖ ਹੰਤਾ ਸੁਖ ਰਾਸ, ਤਾਂ ਕੋ ਬਿਗਨ ਨਾ ਕੋ ਲਾਗੈ, ਜਾਂ ਕੀ ਪ੍ਰਭ ਆਗੇ ਅਰਦਾਸ। ਤਿੰਨੇ ਤਰ੍ਹਾਂ ਦੇ ਤਾਪ ਪਿਆਰੋ ਸਾਡੇ ਉਹ ਦੂਰ ਕਰ ਦਿੰਦਾ। ਉਸ ਮਾਲਕ ਦੇ ਚਰਨਾਂ ਦੇ ਵਿੱਚ ਅਰਜ਼ੋਈ ਕਰੀਏ, ਵਾਹਿਗੁਰੂ ਜੀ ਸਾਨੂੰ ਇਹਨਾਂ ਤਿੰਨਾਂ ਤਾਪਾਂ ਤੋਂ ਬਚਾਓ। ਇਹ ਕਾਮ ਕ੍ਰੋਧ ਲੋਭ ਅਹੰਕਾਰ ਇਨਤੇ ਆਪ ਛਡਾਓ, ਇਹ ਭੀਤਰ ਤੇ ਇਨਕੋ ਡਾਵੋ, ਆਪਨ ਨਿਕਟ ਬੁਲਾਵੋ, ਆਪਣੀ ਵਿਦ ਆਪ ਜਨਾਵੋ, ਹਰ ਜਨ ਮੰਗਲ ਗਾਵੋ। ਵਾਹਿਗੁਰੂ ਜੀ ਆਪਣੇ ਨਿਕਟ ਬੁਲਾਵੋ, ਸਾਨੂੰ ਆਪਣੇ ਕੋਲ ਬੁਲਾ ਲਓ। ਵਿਸਰ ਨਾਹੀ ਕਬਹੂ ਹੀ ਏਤੇ, ਇਹ ਬੁੱਧ ਮਨ ਮੇ ਪਾਵੋ, ਗੁਰ ਪੂਰਾ ਭੇਟਿਓ ਵਡਭਾਗੀ, ਜਨ ਨਾਨਕ ਕਤਹਿ ਨ ਤਾਊ। ਜਿਨ੍ਹਾਂ ਨੂੰ ਪਿਆਰੇ ਪੂਰੇ ਗੁਰੂ ਦੇ ਦਰਸ਼ਨ ਹੋ ਜਾਂਦੇ ਨੇ, ਉਹ ਫਿਰ ਕਿਸੇ ਹੋਰ ਪਾਸੇ ਨਹੀਂ ਜਾਂਦੇ। ਜਿਨ੍ਹਾਂ ਨੂੰ ਗੁਰੂ ਪੂਰਾ ਮਿਲ ਜਾਂਦਾ, ਜਿਨ੍ਹਾਂ ਨੂੰ ਗੁਰੂ ਪੂਰੇ ਦਾ ਪਿਆਰ ਮਿਲ ਜਾਂਦਾ। ਗੁਰੂ ਪੂਰੇ ਦਾ ਪਿਆਰ ਮਿਲੇਗਾ ਕਿਵੇਂ? ਜਦੋਂ ਗੁਰੂ ਦੇ ਨਾਲ ਅਸੀਂ ਪਿਆਰ ਕਰਾਂਗੇ। ਇਹ ਗੁਰੂ ਸਾਨੂੰ ਗਲ ਬੱਕੜੀ ਦੇ ਵਿੱਚ ਲੈ ਲੇਗਾ। ਭਗਤ ਕਬੀਰ ਜੀ ਕਹਿ ਰਹੇ ਨੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਕੋਈ ਪਰੇਸ਼ਾਨੀ ਨਹੀਂ ਰਹਿ ਜਾਏਗੀ, ਕੋਈ ਦੁੱਖ ਨਹੀਂ ਰਹਿ ਜਾਵੇਗਾ। ਪਰ ਇੱਕੋ ਹੀ ਕੰਮ ਕਰ, ਤੂੰ ਆਪਣੇ ਆਪੇ ਦੀ ਖੋਜ ਕਰ। ਦੂਸਰਿਆਂ ਵੱਲ ਨਾ ਵੇਖ ਪਿਆਰੂ। ਹੁੰਦਾ ਕੀ ਆ, ਅਸੀਂ ਤੇ ਦੂਸਰਿਆਂ ਦੇ ਨੁਕਸ ਹੀ ਕੱਢਦੇ ਰਹਿੰਦੇ ਹਾਂ। ਹਮੇਸ਼ਾ ਇਸੇ ਤਰ੍ਹਾਂ ਹੀ ਕਰਦੇ ਆ ਨਾ ਅਸੀਂ। ਆਹ ਬੰਦਾ ਵੇਖੋ ਕੀ ਕਰਦਾ ਹੈ, ਹਮੇਸ਼ਾ ਅਸੀਂ ਦੂਸਰਿਆਂ ਦੇ ਨੁਕਸ ਲੱਭਦੇ ਰਹਿੰਦੇ ਹਾਂ। ਇਹੀ ਸਾਡਾ ਸਾਰਾ ਜ਼ਿੰਦਗੀ ਇਸੇ ਤਰ੍ਹਾਂ ਬਤੀਤ ਹੋ ਜਾਂਦੀ ਆ ਕਿ ਦੂਸਰਿਆਂ ਦੇ ਨੁਕਸ ਵੇਖੀ ਜਾਣੇ। ਉਹ ਬੰਦਾ ਕੀ ਕਰ ਰਿਹਾ, ਉਹ ਬੰਦਾ ਕੀ ਕਰ ਰਿਹਾ, ਆਪਣੀ ਅਸੀਂ ਪੜਚੋਲ ਕਰਦੇ ਹੀ ਕੋਈ ਨਹੀਂ, ਆਪਣੇ ਵੱਲ ਅਸੀਂ ਵੇਖਦੇ ਹੀ ਕੋਈ ਨਹੀਂ। ਆਮ ਗੱਲ ਕਹਿੰਦੇ ਨਾ, ਕਹਿੰਦੇ ਕਿਸੇ ਨੂੰ ਕਹਿਣ ਤੋਂ ਪਹਿਲਾਂ ਆਪਣੀ ਪੀੜ੍ਹੀ ਦੇ ਥੱਲੇ ਸੋਟਾ ਮਨੁੱਖ ਫੇਰ ਲਈਏ। ਆਪਣੀ ਪੀੜ੍ਹੀ ਥੱਲੇ ਸੋਟਾ ਇਹੋ ਹੀ ਫੇਰਨਾ ਕਿ ਆਪਣੇ ਆਪੇ ਦੀ ਪੜਚੋਲ ਕਰ। ਤੇਰੇ ਅੰਦਰ ਕੋਈ ਗੁਣ ਹੈ? ਜੇ ਗੁਣ ਤੇਰੇ ਅੰਦਰ ਗੁਣ ਨਹੀਂ, ਕੋਈ ਨਹੀਂ, ਤੇ ਉਹਨਾਂ ਗੁਣਾਂ ਨੂੰ ਪ੍ਰਾਪਤ ਕਰ। ਵਾਹਿਗੁਰੂ ਦੇ ਗੁਣ ਤੇਰੇ ਅੰਦਰ ਆਉਣ। ਦੂਸਰਿਆਂ ਦੀ ਨੁਕਤਾਚੀਨੀ ਕਰਕੇ, ਦੂਸਰਿਆਂ ਦੀ ਨਿੰਦਾ ਕਰ ਕਰਕੇ ਆਪਣੇ ਸਿਰ ਤੇ ਭਾਰ ਲਈ ਜਾ ਰਹੇ ਹਾਂ। ਇਹ ਭਾਰ ਕਿੱਦਾਂ ਲਾਵੇਂਗਾ? ਇਹ ਵਜਰ ਭਾਰ ਤੇਰੇ ਸਿਰ ਤੇ ਚੜ੍ਹਦਾ ਜਾ ਰਿਹਾ ਹੈ। ਜਿਸ ਕਾ ਦੀਆ ਪਹਿਨੇ ਖਾਏ, ਤਿਸ ਸਿਉ ਆਲਸ ਕਿਉਂ ਬਨੇ ਮਾਏ। ਖਸਮ ਵਿਸਾਰ ਆਨ ਕੰਮ ਲਾਗੇ, ਕੌਡੀ ਬਦਲੇ ਰਤਨ ਤਿਆਗੇ। ਅੰਮ੍ਰਿਤ ਰਸ ਖਾਵੀ ਖਾਨ ਪਾਨ, ਜਿਨ ਦੀਏ ਤਿਸੇ ਨਾ ਜਾਣੇ ਸਵਾਨ। ਕਹੋ ਨਾਨਕ ਹਮ ਲੋਣ ਹਰਾਮੀ, ਬਖਸ਼ ਦੇਹੋ ਪ੍ਰਭ ਅੰਤਰ ਜਾਮੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹੋ ਨਾਨਕ ਹਮ ਲੂਣ ਹਰਾਮੀ। ਪਿਆਰੇ ਲੂਣ ਹਰਾਮੀ ਉਸ ਨੂੰ ਕਹਿੰਦੇ ਨੇ ਕਿਸੇ ਦਾ ਲੂਣ ਖਾ ਕੇ ਹਰਾਮ ਕਰ ਦੇਣਾ, ਕਿਸੇ ਦਾ ਲੂਣ ਖਾ ਕੇ ਹਰਾਮ ਕਰ ਦੇਣਾ। ਤੇ ਅਸੀਂ ਪਿਆਰੋ ਲੂਣ ਹਰਾਮੀ ਨਹੀਂ ਤਾਂ ਕੀ? ਵਾਹਿਗੁਰੂ ਨੇ ਸਾਡੇ ਤੇ ਕਿਤਨੀਆਂ ਬਖਸ਼ਿਸ਼ਾਂ ਕੀਤੀਆਂ। ਇੱਕ ਲੂਣ ਤੇ ਛੋਟੀ ਜਿਹੀ ਗੱਲ ਆ ਨਾ, ਏਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਸਾਡੇ ਤੋਂ। ਸਾਰਾ ਆਪਾ ਹੀ ਵਾਰ ਦਿੱਤਾ, ਸਾਰਾ ਪਰਿਵਾਰ ਹੀ ਵਾਰ ਦਿੱਤਾ। ਪਿਆਰਿਓ, ਆਪਣੀ ਦਿਲ ਜਾਨ ਤੋਂ ਪਿਆਰੇ ਸਾਹਿਬਜ਼ਾਦੇ, ਆਪਣੀ
ਮਾਤਾ ਜੀ, ਸਾਰਾ ਪਰਿਵਾਰ, ਆਪਣੇ ਪਿਤਾ ਜੀ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਝਾਤੀ ਤੇ ਮਾਰ ਕੇ ਵੇਖੋ ਕੀ ਨਹੀਂ ਸਾਡੇ ਵਾਸਤੇ ਕੀਤਾ। ਸਤਿਗੁਰੂ ਜੀ ਇਹ ਕਹਿੰਦੇ ਹੋਣਗੇ, ਦੱਸੋ ਅਸੀਂ ਕੀ ਨਹੀਂ ਕੀਤਾ, ਤੁਹਾਡੇ ਵਾਸਤੇ ਕੀ ਨਹੀਂ ਕੀਤਾ, ਦੱਸੋ ਤਾਂ ਸਹੀ। ਆ ਸਿੱਖੀ ਦੇ ਵਾਸਤੇ ਆ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਿਆਰੂ ਪਾਠ ਸਾਡੇ ਵਾਸਤੇ ਏਡਾ ਵੱਡਾ ਸਾਗਰ ਸਾਨੂੰ ਤਿਆਰ ਕਰ ਦੇ ਗਏ ਨੇ। ਇਹਦੇ ਵਾਸਤੇ ਬੜੀਆਂ ਕੁਰਬਾਨੀਆਂ ਕੀਤੀਆਂ ਪਈਆਂ। ਇਹ ਜਿਹੜਾ ਮਹਾਨ ਸਾਗਰ ਸਾਨੂੰ ਮਿਲਿਆ, ਜਿਹਦੇ ਵਿੱਚ ਡੁੱਬੀਆਂ ਅਸੀਂ ਲਾਉਣੀਆਂ ਨੇ, ਜਿਹਦੇ ਵਿੱਚੋਂ ਗਿਆਨ ਪ੍ਰਾਪਤ ਕਰਨਾ, ਇਹ ਸਤਿਗੁਰਾਂ ਨੇ ਸਾਡੇ ਉੱਤੇ ਬੜੀ ਬਖਸ਼ਿਸ਼ ਕੀਤੀ ਹੈ। ਇਹ ਖੋਜ ਕਰਨੀ ਹੈ, ਆਪਣੇ ਆਪੇ ਦੀ ਖੋਜ ਕਰਨੀ ਹੈ। ਇਹ ਜੋ ਦੁਨੀਆ ਸਿਰ ਮੇਲਾ ਦਸਤਗੀਰੇ ਨਾਹੀ। ਹੱਥ ਪੱਲੇ ਪੈਣ ਵਾਲੀ ਕੋਈ ਗੱਲ ਨਹੀਂ। ਰਹਾਉ ਦੀ ਪੰਕਤੀ ਹੈ, ਕਹਿੰਦੇ ਹੱਥ ਪੱਲੇ ਤੇਰੇ ਪੈਣ ਵਾਲੀ ਦੁਨੀਆ ਦੇ ਵਿੱਚੋਂ ਕੋਈ ਸ਼ੈ ਨਹੀਂ ਆਈ। ਇਹ ਜਾਦੂਗਰੀ ਮੇਲਾ ਹੀ ਹੈ, ਇਹ ਜਾਦੂਗਰਾਂ ਦਾ ਤਮਾਸ਼ਾ ਹੈ। ਇਹਦੇ ਵਿੱਚੋਂ ਕੁਛ ਨਹੀਂ ਤੈਨੂੰ ਮਿਲਣਾ। ਅਖੀਰ ਟਾਈਮ ਪਿਆਰੂ ਅਸੀਂ ਵੇਖਦੇ ਹੀ ਆ ਨਾਗੇ ਆਵਣ ਨਾਗੇ ਜਾਣਾ, ਕੋਈ ਨ ਰਹਿ ਰਾਜਾ ਰਾਣਾ। ਰਾਮ ਰਾਜਾ ਨੌ ਨਿਧ ਮੇਰੈ, ਸੰਪੇ ਹੇਤੁ ਕਲਤ ਤਨ ਤੇਰੇ। ਆਵਤ ਸੰਗ ਨਾ ਜਾਤ ਸੰਗਾਤੀ, ਕਹਾਂ ਪਇਓ ਦਰ ਬਾਂਦੇ ਹਾਥੀ। लंका गढ़ सोने का भया, मूर्ख रावण क्या ले गया। कह कबीर किस गुण विचार, चले जवारी दोए हथ झाड़। कहते जवारियां वांग भगत कबीर जियां दी पावन पवित्र बचनां नाल जुड़ियां ये भगत जी कहते ने कुछ गुण इकत्र करना है। वो जवारियां वांग किते ਜਿਹੜੇ ਜੂਏ ਦੀ ਬਾਜੀ ਹਾਰ ਕੇ ਚਲੇ ਜਾਂਦੇ ਨੇ, ਤੂੰ ਵੀ ਇਹ ਬਾਜੀ ਨੂੰ ਹਾਰ ਕੇ ਨਾ ਚਲੇ ਜਾ। ਬਾਜੀ ਨੂੰ ਤੂੰ ਜਿੱਤਣ ਵਾਸਤੇ ਆਇਆ। ਇਸ ਬਾਜੀ ਨੂੰ ਜਿੱਤੇਗਾ ਕਿਵੇਂ? ਵਾਹਿਗੁਰੂ ਵਾਹਿਗੁਰੂ ਕਰਕੇ, ਉਸ ਮਾਲਕ ਦਾ ਚਿੰਤਨ ਕਰਕੇ। ਨਰੂ ਮਾਰੈ ਨਰ ਕਾਮ ਨਾ ਆਵੈ, ਪਸ਼ੂ ਮਾਰੈ ਦਸ ਕਾਜ ਸਵਾਰੈ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ। ਕਹਿੰਦੇ ਮੈਨੂੰ ਨਹੀਂ ਕੋਈ ਪਤਾ ਵਾਹਿਗੁਰੂ ਜੀ, ਮੈਂ ਆਪਣੇ ਕਰਮਾਂ ਦੇ ਬਾਰੇ ਕੁਝ ਨਹੀਂ ਜਾਣਦਾ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੂ ਬਾਬਾ ਰੇ। ਹਾੜ ਜਰੇ ਜਿਉ ਲਕੜੀ ਕਾ ਤੂਲਾ, ਕੀਸ ਜਰੇ ਜਿਉ ਘਾਸ ਕਾ ਪੂਲਾ। ਕਹੇ ਕਬੀਰ ਤਬ ਹੀ ਨਰ ਜਾਗੈ, ਜਮ ਕਾ ਟੰਡ ਮੂੰਡ ਮੇ ਲਾਗੈ। ਕਹਿੰਦੇ ਮਨੁੱਖ ਉਦੋਂ ਜਾਗਦਾ ਹੈ, ਅਗਿਆਨਤਾ ਦੀ ਨੀਂਦਰ ਦੇ ਵਿੱਚੋਂ ਉਦੋਂ ਉਹਦੀ ਅੱਖ ਖੁੱਲ੍ਹਦੀ ਹੈ ਜਦੋਂ ਜਮ ਆ ਕੇ ਕੋਲ ਖੜ ਜਾਂਦੇ ਨੇ, ਜਦੋਂ ਜਮ ਅੱਗੇ ਲਾ ਕੇ ਤੋੜ ਲੈਂਦੇ ਨੇ, ਜਦੋਂ ਪਿਆਰੂ ਵਾਲਾਂ ਤੋਂ ਖਿੱਚ ਕੇ ਫੜ ਕੇ ਅੱਗੇ ਲਾ ਲੈਂਦੇ ਨੇ। ਉਦੋਂ ਫਿਰ ਕੀ ਹੁੰਦਾ? ਹੱਥ ਮਰੋੜੇ ਤਨ ਕਪੇ, ਸਿਆਹੋ ਹੋਆ ਸੇਤੁ। ਫਿਰ ਹੱਥਾਂ ਨੂੰ ਮਰੋੜਦਾ, ਫਿਰ ਬੜਾ ਦੁਖੀ ਹੁੰਦਾ। ਰੰਗ ਸਰੀਰ ਦਾ ਪੀਲਾ ਪੈ ਜਾਂਦਾ। ਡਰ ਦੇ ਨਾਲ ਮੂੰਹ ਦੇ ਵਿੱਚੋਂ ਕੋਈ ਬਚਨ ਨਹੀਂ ਬੋਲਿਆ ਜਾਂਦਾ। ਪਿਆਰੂ ਇਤਨਾ ਡਰ ਪਿਆਰੂ ਇੱਥੇ ਤੱਕ ਹੁੰਦਾ, ਪਸੀਨੇ ਛੁੱਟ ਜਾਂਦੇ ਨੇ, ਮਲ ਮੂਤਰ ਨਿਕਲ ਜਾਂਦਾ ਵਿੱਚੇ ਹੀ ਜਦੋਂ ਜੰਮ ਸਾਹਮਣੇ ਦਿਖਾਈ ਦਿੰਦੇ ਨੇ। ਕਹਿੰਦੇ ਪਰ ਇਸ ਜਗਤ ਦੇ ਵਿੱਚ ਤੇਰੇ ਕੁਝ ਵੀ ਪੱਲੇ ਪੈਣ ਵਾਲਾ ਨਹੀਂ। ਆ ਜੋ ਕੁਝ ਅਸੀਂ ਇਕੱਤਰ ਕਰ ਰਹੇ ਹਾਂ, ਇਹ ਕਹਿੰਦੇ ਕੱਚ ਇਕੱਠਾ ਕਰ ਰਹੇ ਹਾਂ। ਕਾਚ ਵਿਹਾਜਨ ਕੰਚਨ ਛੱਡ। ਕਹਿੰਦੇ ਕੱਚ ਨੂੰ ਅਸੀਂ ਇਕੱਠਾ ਕਰ ਰਹੇ ਹਾਂ ਤੇ ਕੰਚਨ ਨੂੰ ਛੱਡ ਰਹੇ ਹਾਂ। ਕੰਚਨ ਸਿਉ ਪਾਈਐ ਨਹੀਂ ਮੋਲ, ਮਨ ਦੇ ਰਾਮ ਲਿਆ ਹੈ ਮੋਲ। ਕਹਿੰਦੇ ਮੈਂ ਤੇ ਉਸ ਮਾਲਕ ਦੇ ਨਾਮ ਦੇ ਨਾਲ ਜੁੜਿਆ ਰਹਾਉ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ। ਦਰੋਗ ਤੋਂ ਪਾਪ ਝੂਠ ਬੋਲ ਬੋਲ ਕੇ ਕਹਿੰਦੇ ਲੋਕ ਦੂਸਰੇ ਧਰਮਾਂ ਦੇ ਵਿੱਚ ਕਹਿੰਦੇ ਨੇ ਉੱਥੇ ਆਹ ਲਿਖਿਆ, ਉਹਦੇ ਵਿੱਚ ਆਹ ਲਿਖਿਆ ਹੋਇਆ, ਇਹ ਝੂਠ ਲਿਖਿਆ ਹੋਇਆ। ਪੜ ਪੜ ਕੇ ਬੜੇ ਖੁਸ਼ ਹੁੰਦੇ ਨੇ। ਬੇਖਬਰ, ਖਬਰ ਕੋਈ ਨਹੀਂ ਆ, ਇਲਮ ਕੋਈ ਨਹੀਂ ਆ, ਬਿਲਕੁਲ ਗਿਆਨ ਤੋਂ ਕੋਰੇ ਹਨ। ਪਰ ਇਹ ਕਹੀ ਜਾਂਦੇ ਨੇ ਆਹ ਝੂਠ ਲਿਖਿਆ ਹੋਇਆ, ਆਹ ਧਰਮ ਗ੍ਰੰਥ ਦੇ ਵਿੱਚ ਝੂਠ ਲਿਖਿਆ। ਇਸੇ ਤਰ੍ਹਾਂ ਹੀ ਪਿਆਰੂ ਅਸੀਂ ਕਰਦੇ ਹਾਂ। ਹਰ ਇੱਕ ਧਰਮ ਨੂੰ, ਆਪਣੇ ਨੂੰ ਮੰਨਣ ਵਾਲਾ ਆਪਣੇ ਧਰਮ ਨੂੰ ਚੰਗਾ ਆਖੇਗਾ ਤੇ ਦੂਸਰੇ ਨੂੰ ਆਖੇਗਾ ਇਹ ਤੇ ਕੁਝ ਵੀ ਨਹੀਂ ਆ।
ਦੂਸਰਾ ਧਰਮ ਤੇ ਇਹ ਕੁਝ ਵੀ ਨਹੀਂ, ਪਰ ਗੁਰਸਿੱਖੀ ਦੇ ਵਿੱਚ ਪਿਆਰਿਓ ਇਹ ਸਿਖਾਇਆ ਹੀ ਇਹੀ ਹੋ ਜਾਂਦਾ ਹੈ। ਜਿਤਨੇ ਵਿਦਵਾਨ ਲੋਕ ਹੋਏ ਨੇ ਪਿਆਰਿਓ, ਪੁਰਾਤਨ ਵਿਦਵਾਨਾਂ ਵੱਲ ਝਾਤੀ ਮਾਰ ਕੇ ਵੇਖੋ, ਉਹ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਸਨ ਔਰ ਸਾਰਿਆਂ ਧਰਮਾਂ ਨੂੰ ਪੜ੍ਹਦੇ ਸਨ। ਸਾਰੇ ਧਰਮਾਂ ਨੂੰ ਪੜ੍ਹਦੇ ਸਨ ਤੇ ਸਾਰਿਆਂ ਧਰਮਾਂ ਦਾ ਸਤਿਕਾਰ ਕਰਦੇ ਸਨ, ਕਿਉਂਕਿ ਜਿਤਨੇ ਵੀ ਧਰਮ ਨੇ ਸਾਰੇ ਹੀ ਪੂਜਣਯੋਗ ਨੇ ਪਿਆਰਿਓ। ਬੇੜੀਆਂ ਦਰਿਆ ਉੱਤੇ ਖੜੀਆਂ ਹੁੰਦੀਆਂ ਨੇ, ਕਿਸੇ ਵੀ ਬੇੜੀ ਦੇ ਵਿੱਚ ਅਸਵਾਰ ਹੋ ਜਾਵੋ, ਉਹ ਸਮਰੱਥ ਹੈ। ਮਲਾਹ ਚੱਪੂ ਲਾ ਕੇ ਤੁਹਾਨੂੰ ਅਗਲੇ ਪਾਸੇ ਲਗਾ ਦੇਵੇਗਾ। ਕਿਸੇ ਵੀ ਬੇੜੀ ਦੇ ਵਿੱਚ ਅਸਵਾਰ ਹੋ ਜਾਵੋ, ਕਿਸੇ ਵੀ ਧਰਮ ਦੇ ਵਿੱਚ ਤੁਸੀਂ ਹੋਵੋ, ਪਰ ਇੱਕ ਨਿਸ਼ਚਾ ਤੁਹਾਡਾ ਪੱਕਾ ਹੋਵੇ, ਇੱਕ ਤੇ ਨਿਸ਼ਚਾ ਹੋਵੇ। ਇਹ ਨਾ ਹੋਵੇ ਕਦੀ ਇੱਕ ਪਾਸੇ ਦੋ ਬੇੜੀਆਂ ਦੇ ਵਿੱਚ ਪੈਰ ਰੱਖ ਕੇ ਕਦੀ ਕੋਈ ਪਾਰ ਨਹੀਂ ਲੰਘਿਆ। ਪਾਰ ਉਹੀਓ ਲੰਘੇਗਾ, ਪਾਰ ਉਹੀਓ ਲੰਘੇਗਾ ਜਿਹੜਾ ਇੱਕ ਬੇੜੀ ਦੇ ਵਿੱਚ ਅਸਵਾਰ ਹੋਵੇਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਮੁਕਾਹੀ। ਕਹਿੰਦੇ ਐਵੇਂ ਪਤਾ ਕੁਝ ਵੀ ਨਹੀਂ ਤੇ ਖੁਸ਼ ਹੁੰਦੇ ਨੇ। ਆ ਦੂਸਰੇ ਧਰਮਾਂ ਦੇ ਵਿੱਚ ਝੂਠ ਲਿਖਿਆ ਹੋਇਆ, ਹਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੀ। ਕਹਿੰਦੇ ਹੁਣ ਕਈ ਤੇ ਕਹਿੰਦੇ ਨੇ ਉਹ ਸਤਵੇਂ ਅਸਮਾਨ ਦੇ ਵਿੱਚ ਨੇ, ਤਾਂ ਮੁਸਲਮਾਨ ਇਹ ਗੱਲ ਕਹਿੰਦੇ ਨੇ। ਇਹ ਹਿੰਦੂ ਵੀਰ ਕਹਿੰਦੇ ਨੇ ਉਹ ਕ੍ਰਿਸ਼ਨ ਦੀ ਮੂਰਤੀ ਦੇ ਵਿੱਚ ਹੈ। ਭਗਤ ਜੀ ਕਹਿੰਦੇ ਨੇ ਉਹ ਪਰਮੇਸ਼ਰ ਜਿਹੜਾ ਜਿਹਨੂੰ ਤੁਸੀਂ ਲੱਭਦੇ ਫਿਰਦੇ ਹੋ, ਇਹ ਸਤਵੇਂ ਅਸਮਾਨ ਦੇ ਵਿੱਚ ਹੈ। ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੀ। ਕਹਿੰਦੇ ਨਾ ਤੇ ਉਹ ਕ੍ਰਿਸ਼ਨ ਦੀ ਮੂਰਤੀ ਦੇ ਵਿੱਚ ਹੈ, ਨਾ ਉਹ ਸਤਵੇਂ ਅਸਮਾਨ ਦੇ ਵਿੱਚ ਹੈ। ਉਹ ਪਰਮੇਸ਼ਰ ਕਿੱਥੇ ਹੈ? ਉਹ ਕਾਇਨਾਤ ਦੇ ਵਿੱਚ ਹੈ। ਫਰੀਦਾ ਖਾਲਕ ਖਲਕ ਮੇ, ਖਲਕ ਵਸੈ ਰਬ ਮਾਹਿ। ਮੰਦਾ ਕਿਸਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾਹੀ। ਉਹ ਖਲਕਤ ਦੇ ਵਿੱਚ ਵਸਦਾ, ਇਸ ਜਿਤਨੀ ਵੀ ਖਲਕਤ ਹੈ ਉਸੇ ਦੇ ਵਿੱਚ ਪਰਮੇਸ਼ਰ ਆਪ ਵਸ ਰਿਹਾ ਪਿਆਰਿਓ। ਅਸਮਾਨ ਮਿਆਨੇ ਲਹੰਗ ਦਰਿਆ, ਗੁਸ਼ਲ ਕਰਦਨ ਬੂੰਦ। ਕਹਿੰਦੇ ਸਤਵੇਂ ਅਸਮਾਨ ਦੀ ਥਾਂ ਤੇ ਵੇਖਣ ਦੀ ਥਾਂ ਤੇ, ਕ੍ਰਿਸ਼ਨ ਦੀ ਮੂਰਤ ਦੇ ਵਿੱਚ ਵੇਖਣ ਦੀ ਥਾਂ ਤੇ, ਕਹਿੰਦੇ ਆਪਣੇ ਅੰਤਹਿਕਰਨ ਦੇ ਵਿੱਚ ਵੇਖ। ਕਹਿੰਦੇ ਆਪਣੇ ਅੰਤਹਿਕਰਨ ਦੇ ਵਿੱਚ ਝਾਤੀ ਮਾਰ। ਕਹਿੰਦੇ ਅਸਲ ਤੂੰ ਇੱਥੇ ਇਸ਼ਨਾਨ ਕਰਨਾ ਸੀ ਆਪਣੇ ਅੰਤਹਿਕਰਨ ਦੇ ਵਿੱਚ। ਅੰਦਰ ਜਦੋਂ ਤੂੰ ਝਾਤੀ ਮਾਰਦਾ, ਇਸ ਸ਼ਬਦ ਦੇ ਵਿੱਚ ਸਾਰੀ ਪਿਆਰਿਓ ਜਿਤਨੀ ਗੱਲ ਆਖੀ ਹੈ ਅੰਦਰ ਦੀ ਗੱਲ ਆਖੀ ਹੈ। ਕਹਿੰਦੇ ਬਾਹਰ ਨਹੀਂ ਖੋਜਣ ਦੀ ਲੋੜ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਅਸਮਾਨ ਮਿਆਨੇ ਲਹੰਗ ਦਰਿਆ, ਗੁਸ਼ਲ ਕਰਦਨ ਬੂੰਦ। ਕਹਿੰਦੇ ਆਪਣੇ ਅੰਤਹਿਕਰਨ ਦੇ ਵਿੱਚ ਕਹਿੰਦੇ ਇਸ਼ਨਾਨ ਕਰਨਾ ਸੀ, ਉੱਥੇ ਇਸ਼ਨਾਨ ਕਰ। ਕਰ ਫਕਰ ਦਾਏ ਲਾਏ ਚਸ਼ਮੇ, ਜਹਾਂ ਤਹਾਂ ਮਾਧੂਦ। ਫਿਰ ਕਰਕੇ ਕੀ ਭਗਤੀ ਕਰ ਉਸ ਮਾਲਕ ਦੀ। ਤੇ ਜਿਹੜਾ ਚਸ਼ਮਾ ਲਾਉਣਾ ਉਹ ਕਿਹੜਾ? ਬੰਦਗੀ ਦਾ। ਕਹਿੰਦੇ ਭਗਤੀ ਮਾਲਕ ਦੀ ਕਰ, ਵਾਹਿਗੁਰੂ ਵਾਹਿਗੁਰੂ ਕਰ। ਤੇ ਜਿਹੜਾ ਦੁਨੀਆ ਵੱਲ ਤੂੰ ਵੇਖਦਾ ਨਾ, ਜਿਹੜਾ ਚਸ਼ਮਾ ਵੀ ਤੂੰ ਲਾਇਆ, ਇਹ ਵੀ ਤੇਰਾ ਬੰਦਗੀ ਦਾ ਹੋਣਾ ਚਾਹੀਦਾ, ਕਿਉਂਕਿ ਸਾਰਿਆਂ ਦੇ ਵਿੱਚ ਤੈਨੂੰ ਦਿਖਾਈ ਦੇਵੇ ਪਰਮੇਸ਼ਰ। ਆ ਜਿਹੜਾ ਚਸ਼ਮਾ ਅਸੀਂ ਲਾਉਂਦੇ ਹਾਂ, ਕਹਿੰਦੇ ਇਹ ਬੰਦਗੀ ਦਾ ਲਾ, ਤੈਨੂੰ ਸਾਰਿਆਂ ਦੇ ਵਿੱਚ ਫਿਰ ਪਰਮੇਸ਼ਰ ਦਿਖਾਈ ਦੇਵੇਗਾ। ਹਰ ਇੱਕ ਦੇ ਵਿੱਚ ਤੈਨੂੰ ਪਰਮੇਸ਼ਰ ਦਿਖਾਈ ਦੇ। ਇਹ ਗੱਲ ਕਿਉਂ ਆਖੀ ਹੈ? ਕਿਉਂਕਿ ਅਸੀਂ ਅੰਨੇ ਹੋਏ ਪਏ, ਸਾਨੂੰ ਦਿਖਾਈ ਨਹੀਂ ਦਿੰਦਾ। ਭਗਤ ਜੀ ਕਹਿੰਦੇ ਅਸੀਂ ਅੰਨੇ ਹੋਏ, ਗਿਆਨਹੀਨ ਹੋਏ ਪਏ ਆ। ਕਹਿੰਦੇ ਚਸ਼ਮਾ ਲਾ ਬੰਦਗੀ ਦਾ, ਉਸ ਦਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ। ਹਰ ਵੇਲੇ ਪਹਿਲੋਂ ਭਗਤੀ ਕਰ। ਚਸ਼ਮਾ ਜਦੋਂ ਤੂੰ ਬੰਦਗੀ ਦਾ ਲਾਵੇਂਗਾ, ਐਨਕ ਜਦੋਂ ਤੂੰ ਬੰਦਗੀ ਦੇ ਲਾਵੇਂਗਾ, ਅੱਲਾਹ ਪਾਕੁਮ ਪਾਕ ਹੈ ਸਭ ਕਰੋ ਜੇ ਦੂਸਰ ਹੋਏ। ਕਹਿੰਦੇ ਉਹ ਹਸਤੀ ਜਿਹੜੀ ਪਵਿੱਤਰ ਤੋਂ ਪਵਿੱਤਰ ਹੈ। ਪਹਿਲੇ ਤੇ ਜਦੋਂ ਤੂੰ ਬੰਦਗੀ ਦਾ ਪਿਆਰੇ ਚਸ਼ਮਾ ਲਾਵੇਂਗਾ, ਤੈਨੂੰ ਪਰਮੇਸ਼ਰ ਸਾਰਿਆਂ ਦੇ ਵਿੱਚ ਮੌਜੂਦ ਦਿਖਾਈ ਦੇਵੇਗਾ, ਸਾਰਿਆਂ ਦੇ ਵਿੱਚ ਤੈਨੂੰ ਦਿਖੇਗਾ ਕਿ ਹਰ ਇੱਕ ਦੇ ਵਿੱਚ ਪਰਮੇਸ਼ਰ ਹੈ। ਤੂੰ ਦੂਸਰੇ ਦੀ ਨਿੰਦਿਆ ਨਹੀਂ ਕਰੇਗਾ, ਦੂਸਰੇ ਦੀ ਚੁਗਲੀ ਨਹੀਂ ਕਰੇਗਾ, ਦੂਸਰੇ ਦਾ ਮਾੜਾ ਨਹੀਂ ਕਰੇਗਾ। ਪਿਆਰੋ ਕੀ ਝਾਤੀ ਮਾਰਨੀ ਮਨ ਅੰਦਰ। ਜਿਹੜਾ ਮਨੁੱਖ ਦੂਸਰੇ ਦਾ ਮਾੜਾ ਕਰਨ ਵਾਲਾ, ਦੂਸਰੇ ਦੀ ਨਿੰਦਿਆ ਕਰਨ ਵਾਲਾ, ਉਸ ਨੂੰ ਪਰਮੇਸ਼ਰ ਦਿਖਾਈ ਨਹੀਂ ਦੇ ਰਿਹਾ। ਜਿਸ ਨੂੰ ਪਰਮੇਸ਼ਰ ਦਿਖਾਈ ਦੇ ਰਿਹਾ, ਉਹ ਕਦੇ ਕਿਸੇ ਦੀ ਮੁਖਾਲਫਤ ਨਹੀਂ ਕਰੇਗਾ, ਕਦੇ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰੇਗਾ, ਕਦੀ ਕਿਸੇ ਦਾ ਮਾੜਾ ਨਹੀਂ ਕਰੇਗਾ। ਉਹ ਵੇਖੇਗਾ ਵਾਹਿਗੁਰੂ ਸਾਰਿਆਂ ਦੇ ਵਿੱਚ ਮੌਜੂਦ ਹੈ। ਜੋ ਭਗਤ ਕਬੀਰ ਜੀ ਕਹਿ ਰਹੇ ਨੇ, ਕਹਿੰਦੇ ਉਹ ਪਰਮੇਸ਼ਰ ਸਾਰਿਆਂ ਦੇ ਵਿੱਚ ਮੌਜੂਦ ਉਸ ਨੂੰ ਦਿਖਾਈ ਦੇਵੇਗਾ। ਜਦੋਂ ਬੰਦਗੀ ਕਰੇਗਾ,
ਜਦੋਂ ਚਸ਼ਮਾ ਬੰਦਗੀ ਦਾ ਲਾ ਲਵੇਗਾ, ਇਹ ਉਦੋਂ ਹੀ ਹੋਵੇਗਾ। ਅੱਲਾਹ ਪਾਕਮ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਕਹਿੰਦੇ ਉਹ ਪਰਮੇਸ਼ਰ ਜਿਹੜਾ ਪਵਿੱਤਰ ਤੋਂ ਵੀ ਪਵਿੱਤਰ ਹੈ, ਪਵਿੱਤਰ ਤੋਂ ਵੀ ਪਵਿੱਤਰ, ਉਹਦੇ ਵਰਗਾ ਪਵਿੱਤਰ ਕੋਈ ਨਹੀਂ। ਨਿਰਮਲ 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 ਤੇਰੀ ਬਾਣੀ, ਘਟ ਘਟ ਸੁਣੀ ਸਰਾਵਨ ਬਖਿਆਈ। ਕਹਿੰਦੀ ਉਹ ਪਰਮੇਸ਼ਰ ਦੀ ਬਾਣੀ ਵੀ ਨਿਰਮਲ ਹੈ, ਤੇ ਜਿਹੜਾ ਪੜ੍ਹੇਗਾ ਉਹ ਵੀ ਨਿਰਮਲ ਹੋ ਜਾਵੇਗਾ। ਤੇ ਉਹ ਅੱਲਾ ਜਿਹੜਾ, ਉਹ ਪਰਮੇਸ਼ਰ ਜਿਹੜਾ, ਉਹ ਵਾਹਿਗੁਰੂ ਜਿਹੜਾ, ਉਹ ਰਾਮ ਹੈ ਜਿਹੜਾ, ਉਹ ਪਵਿੱਤਰ ਤੋਂ ਪਵਿੱਤਰ ਹੈ। ਪਿਆਰਿਆਂ, ਸ਼ੱਕ ਕਰੋ ਜੇ ਦੂਸਰ ਹੋਵੇ। ਕਹਿੰਦੇ ਸ਼ੱਕ ਤੇ ਮੈਂ ਤਾਂ ਕਰਾਂ ਜੇ ਉਹਦੇ ਵਰਗਾ ਕੋਈ ਦੂਸਰਾ ਹੋਰ ਹੋਵੇ। ਉਹਦੇ ਵਰਗਾ ਦੂਸਰਾ ਹੈ ਹੀ ਕੋਈ ਨਹੀਂ। ਪਰਮੇਸ਼ਰ ਵਰਗਾ ਦੂਸਰਾ ਪਾਕ ਪਵਿੱਤਰ ਕੋਈ ਨਹੀਂ। ਇੱਕੋ ਹੀ ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ ਭਾਈ, ਇੱਕੋ ਹੈ, ਇੱਕ ਤੋਂ ਬਿਨਾਂ ਦੂਸਰਾ ਹੈ ਹੀ ਕੋਈ ਨਹੀਂ। ਇੱਕ ਸਵਿਨ ਨਾਹੀ ਦੂਜਾ ਕੋਇ, ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਈ। ਤੇ ਜਿਹਦੀ ਦ੍ਰਿਸ਼ਟੀ ਦੇ ਨਾਲ ਸਦਾ ਸੁਖ ਹੀ ਸੁਖ ਵਰਤ ਜਾਂਦਾ ਹੈ। ਕਬੀਰ ਕਰਮ ਕਰੀਮ ਕਾ, ਉਹ ਕਰ ਜਾਣੈ ਸੋਈ। ਕਹਿੰਦੇ ਉਹ ਵਾਹਿਗੁਰੂ ਜਿਹੜਾ ਹੈ, ਉਹ ਕਹਿੰਦੇ ਜਿਸ ਤੇ ਬਖਸ਼ਿਸ਼ ਕਰ ਦੇਵੇ, ਇਹ ਰਹਿਮਤ ਜਿਸ ਤੇ ਕਰ ਦੇਵੇ, ਇਹ ਬੁਝਾਰਤ ਜਿਸ ਨੂੰ ਸਮਝਾ ਦੇਵੇ, ਉਸੇ ਨੂੰ ਸਮਝ ਆਵੇਗੀ। ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋਈ। ਕਹਿੰਦੇ ਉਹਦੇ ਉੱਤੇ ਬਖਸ਼ਿਸ਼ ਜਿਸ ਤੇ ਵੀ ਕਰ ਦੇਵੇ, ਰਹਿਮਤ ਜਿਸ ਤੇ ਵੀ ਕਰ ਦੇਵੇ, ਉਸੇ ਤੇ ਹੋਵੇਗੀ। ਵਰਨਾ ਉਹਦੀ ਬਖਸ਼ਿਸ਼ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਸਮਝ ਤੇ ਤਾਂ ਹੀ ਆਵੇਗੀ ਜਦੋਂ ਉਸ ਦੀ ਬਖਸ਼ਿਸ਼ ਦੇ ਨਾਲ ਜੁੜਾਂਗੇ। ਪਿਆਰਿਓ, ਜੋ ਭਗਤ ਜੀਆਂ ਦੀ ਆਪ ਜੀਆਂ ਨੇ ਪਾਵਨ ਪਵਿੱਤਰ ਬਚਨ ਸਰਵਣ ਕੀਤੇ, ਪਿਆਰਿਓ, ਇਹਨਾਂ ਦਾ ਕੇਂਦਰੀ ਭਾਵ ਤੇ ਇਹੀ ਹੈ ਕਿ ਪਰਮੇਸ਼ਰ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ, ਵਾਹਿਗੁਰੂ ਦੇ ਨਾਲ ਸਾਨੂੰ ਜੁੜਨਾ ਚਾਹੀਦਾ। ਪਿਆਰੇ ਜੀ, ਅਨ ਧਰਮਾਂ ਦੇ ਲੋਕ, ਜਿਵੇਂ ਆਪ ਜੀ ਨੇ ਸਾਖੀ ਪਹਿਲੇ ਸਰਵਣ ਕੀਤੀ, ਇੱਕ ਗੋਰਾ ਤੇ ਗੋਰੀ, ਕੇਵਲ ਇਤਨਾ ਹੀ ਸਰਵਣ ਕੀਤਾ ਨਾ, ਰਿੰਗ ਟੋਨ ਦੇ ਉੱਤੇ ਟੁਕ ਦੰਭ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਈ। ਕੇਵਲ ਰਿੰਗ ਟੋਨ ਤੇ ਇਹ ਸਰਵਣ ਕੀਤਾ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੀ ਧਾਰਿਆ। ਤੇ ਵਾਹਿਗੁਰੂ ਗੁਰ ਮੰਤਰ ਦਾ ਜਾਪ, ਉਸੇ ਦੇ ਨਾਲ ਉਹਨਾਂ ਦਾ ਕੈਂਸਰ ਦਾ ਰੋਗ ਵੀ ਪਿਆਰਿਓ ਠੀਕ ਹੋ ਗਿਆ। ਅਨ ਧਰਮਾਂ ਵਾਲੇ ਜੇ ਜੁੜ ਕਰਕੇ ਬਖਸ਼ਿਸ਼ਾਂ ਦੀ ਪਾਤਰ ਬਣ ਰਹੇ ਨੇ, ਤੇ ਅਸੀਂ ਪਿੱਛੇ ਰਹਿ ਰਹੇ ਹਾਂ। ਪਿਆਰਿਓ, ਸੱਚ ਹੈ ਇਹ ਏਡਾ ਵੱਡਾ ਸਮੁੰਦਰ ਬਾਣੀ ਦਾ, ਇਹ ਖਜ਼ਾਨਾ ਏਡਾ ਵੱਡਾ। ਪਿਆਰਿਓ, ਹੈਰਾਨੀ ਉਦੋਂ ਹੁੰਦੀ ਹੈ ਕਿ ਜਦੋਂ ਸਾਡੇ ਸਿੱਖਾਂ ਦੀ ਗੁਰਦੁਆਰਿਆਂ ਦੇ ਵਿੱਚ ਗਿਣਤੀ, ਜਦੋਂ ਕਿ ਕਥਾ ਹੁੰਦੀ, ਕੀਰਤਨ ਹੁੰਦਾ, ਤੇ ਗਿਣਤੀ 2-4 ਜੀ ਹੁੰਦੇ ਨੇ, ਵੱਧ ਤੋਂ ਵੱਧ 2-4 5-7 ਹੋਣਗੇ। ਇਸੇ ਤਰ੍ਹਾਂ ਹੀ ਹੋਇਆ ਕਰਦਾ ਵੀ ਏਡੇ ਵੱਡੇ ਸਾਗਰ ਨੂੰ ਖੋਜਣ ਵਾਸਤੇ ਕੋਈ ਤਿਆਰ ਨਹੀਂ, ਕੋਈ ਲਾਹਾ ਲੈਣ ਵਾਸਤੇ ਤਿਆਰ ਨਹੀਂ। ਪਰ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ। ਜਿਹੜੇ ਗੁਰੂ ਦੇ ਅਨੁਸਾਰੀ ਹੋ ਕੇ ਚੱਲਣਗੇ, ਲਾਹਾ ਤੇ ਉਹੀਓ ਲੈਣਗੇ। ਆਓ 1-2 ਮਿੰਟ ਵਾਸਤੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਈਏ। ਪਿਆਰਿਓ, ਆਸਤੇ ਆਸਤੇ ਹੀ ਮੈਲ ਲੱਥਦੀ ਹੈ, ਮੈਲ ਆਸਤੇ ਆਸਤੇ ਲੱਥੇਗੀ। ਇੱਕ ਦਿਨ ਐਸਾ ਆ ਜਾਵੇਗਾ ਜਦੋਂ ਮੈਲ ਸਾਰੀ ਕਲੀਅਰ ਹੋ ਜਾਵੇਗੀ ਤੇ ਵਾਹਿਗੁਰੂ ਦੇ ਨਾਲ ਇੱਕ ਮਿਕਤਾ ਬਣ ਜਾਵੇਗੀ। ਪਿਆਰਿਓ, ਜਿਤਨੀ ਦੇਰ ਸਤ ਸੰਗਤ ਦੇ ਵਿੱਚ ਹੁੰਦੇ ਆ, ਉਤਨੀ ਦੇਰ ਆਪਣੀ ਮੈਲ ਉਤਾਰਨ ਦਾ ਹੀ ਯਤਨ ਕਰਿਆ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ
ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਵਾਹੀ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਵਾਹੀ। ਜ਼ਿਕਰ ਅਸੀਂ ਰੋਜ਼ਾਨਾ ਹੀ ਆਪਣੇ ਦਿਲ ਨੂੰ ਖੋਜਣ ਦਾ ਯਤਨ ਕਰੀਏ, ਫਿਰ ਪਿਆਰਿਓ ਕੋਈ ਵੀ ਪਰੇਸ਼ਾਨੀ ਨਹੀਂ ਰਹਿ ਜਾਵੇਗੀ। ਬਹੁਤ ਕਬੀਰ ਜੀਆਂ ਦੀ ਮੁਬਾਰਕ ਬਚਨ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਪ ਜੀਆਂ ਨੇ ਸਰਵਣ ਕੀਤੇ ਨੇ, ਸਤਿਗੁਰੂ ਬਖਸ਼ਿਸ਼ ਕਰੇ ਇਹ ਬਚਨ ਸਾਡੇ ਹਿਰਦੇ ਘਟ ਦੇ ਵਿੱਚ ਵਸ ਜਾਣ, ਤੇ ਜਿਸ ਵੀ ਕਿਸੇ ਦੇ ਹਿਰਦੇ ਘਟ ਦੇ ਵਿੱਚ ਵਸ ਜਾਣਗੇ ਭਾਰ ਉਤਾਰਾ ਉਸੇ ਦਾ ਹੀ ਹੋ ਜਾਵੇਗਾ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਆਓ ਗੁਰੂ ਕੀ ਸੰਗਤ ਸਾਰੇ ਹੀ ਗੱਜ ਵੱਜ ਕੇ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।